BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਿਮਰਨ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ। ਵੈਸਟਜੈਟ ਵੱਲੋਂ ਘਟਾਈਆਂ ਗਈਆਂ ਫਲਾਈਟਸ। ਮੈਕਸੀਕੋ 'ਚ ਕੈਨੇਡੀਅਨ ਦੀ ਮੌਤ ਤੋਂ ਬਾਅਦ ਬੋਲੇ PM ਕਾਰਨੀ। ਜਾਪਾਨ ਨੇ ਹੁਣ ਇਸ ਐਕਸਪੋਰਟ ਨੂੰ ਦਿੱਤੀ ਇਜਾਜ਼ਤ। US ਵੱਲੋਂ ਡਰੋਨ ਅਤੇ ਮਿਸਾਈਲਸ ਤੇ ਖਰਚੇ ਜਾਣਗੇ $1 ਬਿਲੀਅਨ। ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ। ਕੈਲਗਰੀ ਆਧਾਰਿਤ 에ਅਰਲਾਈਨ ਵੈਸਟਜੈਟ ਨੇ ਕਿਹਾ ਹੈ ਕਿ ਈਰਾਨ ਵਿੱਚ ਚੱਲ ਰਹੀ ਜੰਗ ਕਾਰਨ ਜੈਟ ਫਿਊਲ ਦੀਆਂ ਕੀਮਤਾਂ ਵਧ ਰਹੀਆਂ ਹਨ, ਜਿਸ ਕਰਕੇ ਉਹ ਆਪਣੀਆਂ ਉਡਾਨਾਂ ਦੀ ਸਮਰੱਥਾ ਘਟਾ ਰਹੀ ਹੈ। ਕੰਪਨੀ ਮੁਤਾਬਿਕ ਅਪ੍ਰੈਲ ਵਿੱਚ ਲਗਭਗ 1%, ਮਈ ਵਿੱਚ 3% ਅਤੇ ਜੂਨ ਵਿੱਚ ਕਰੀਬ 6% ਉਡਾਨਾਂ ਘਟਾਈਆਂ ਜਾਣੀਆਂ ਹਨ। ਜਿਨ੍ਹਾਂ ਯਾਤਰੀਆਂ ਦੀਆਂ ਉਡਾਨਾਂ ਤੇ ਅਸਰ ਪਿਆ ਹੈ, ਉਹਨਾਂ ਨੂੰ ਬਦਲੀਆਂ ਫਲਾਈਟਾਂ ਦਿੱਤੀਆਂ ਜਾ ਰਹੀਆਂ ਹਨ। 에ਅਰਲਾਈਨ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਫਿਊਲ ਦੀਆਂ ਕੀਮਤਾਂ ਵਧ ਰਹੀਆਂ ਹਨ, ਉਹ ਖਰਚਾ ਕਾਬੂ ਵਿੱਚ ਰੱਖਣ ਲਈ ਇਹ ਕਦਮ ਚੁੱਕ ਰਹੀ ਹੈ। ਫਿਲਹਾਲ ਵੈਸਟਜੈਟ ਨੇ ਕੋਈ ਵੀ ਰੂਟ ਪੂਰੀ ਤਰ੍ਹਾਂ ਬੰਦ ਨਹੀਂ ਕੀਤਾ, ਪਰ ਗਰਮੀਆਂ ਦੇ ਸਮੇਂ ਲਈ ਆਪਣੀ ਸਕੇਜੂਲ ਦੀ ਸਮੀਖਿਆ ਕਰ ਰਹੀ ਹੈ ਅਤੇ ਅੱਗੇ ਹੋਰ ਕਟੌਤੀਆਂ ਵੀ ਹੋ ਸਕਦੀਆਂ ਹਨ। ਕੁਝ ਰੂਟਸ ਤੇ ਫਲਾਈਟਾਂ ਇਕੱਠੀਆਂ ਕੀਤੀਆਂ ਗਈਆਂ ਹਨ ਅਤੇ ਕੁਝ ਸੀਜ਼ਨਲ ਸਰਵਿਸਿਜ਼ ਦਾ ਸਮਾਂ ਘਟਾਇਆ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਨੇ ਵੈਸਟਜੈਟ ਰਿਵਾਰਡਸ ਤੇ ਕੰਪੇਨੀਅਨ ਵਾਊਚਰ ਨਾਲ ਕੀਤੀਆਂ ਬੁਕਿੰਗ ਤੇ ਅਸਥਾਈ ਤੌਰ ਤੇ $60 ਦਾ ਫਿਊਲ ਸਰਚਾਰਜ ਵੀ ਲਾਇਆ ਹੈ। ਇਹ ਸਰਚਾਰਜ ਉਸ ਵੇਲੇ ਹਟਾਇਆ ਜਾਵੇਗਾ ਜਦੋਂ ਫਿਊਲ ਦੀਆਂ ਕੀਮਤਾਂ ਵਾਪਸ ਆਮ ਪੱਧਰ ਤੇ ਆ ਜਾਣਗੀਆਂ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੈਕਸੀਕੋ ਵਿੱਚ ਗੋਲੀਬਾਰੀ ਦੌਰਾਨ ਮਾਰੀ ਗਈ ਕੈਨੇਡੀਅਨ ਔਰਤ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਵੀ ਕਿਹਾ ਹੈ ਕਿ ਇਸ ਮਾਮਲੇ ਦੀ ਪੂਰੀ ਜਾਂਚ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਘਟਨਾ ਸੋਮਵਾਰ ਨੂੰ ਮੈਕਸੀਕੋ ਸਿਟੀ ਦੇ ਨੇੜੇ ਮਸ਼ਹੂਰ ਸੈਰ ਸਪਾਟਾ ਸਥਾਨ ਤੁਥਿਆਕਨ ਪੈਰਾਮਿਡਸ ਤੇ ਵਾਪਰੀ, ਜਿੱਥੇ ਇੱਕ ਹਮਲਾਵਰ ਨੇ ਯਾਤਰੀਆਂ ਤੇ ਗੋਲੀਆਂ ਚਲਾ ਦਿੱਤੀਆਂ ਅਤੇ ਬਾਅਦ ਵਿੱਚ ਖੁਦਕੁਸ਼ੀ ਕਰ ਲਈ। ਇਸ ਹਮਲੇ ਵਿੱਚ ਇੱਕ ਕੈਨੇਡੀਅਨ ਔਰਤ ਦੀ ਮੌਤ ਹੋ ਗਈ, ਜਦਕਿ 13 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ 7 ਨੂੰ ਗੋਲੀਆਂ ਲੱਗੀਆਂ ਸਨ। ਇੱਕ ਹੋਰ ਕੈਨੇਡੀਅਨ ਵੀ ਜ਼ਖਮੀਆਂ ਵਿੱਚ ਸ਼ਾਮਲ ਹੈ। ਮਾਰੀ ਗਈ ਔਰਤ ਦਾ ਨਾਮ ਹਾਲੇ ਜਾਰੀ ਨਹੀਂ ਕੀਤਾ ਗਿਆ, ਪਰ ਹਸਪਤਾਲ ਵਿੱਚ ਦਾਖਲ ਜ਼ਖਮੀਆਂ ਦੀ ਸੂਚੀ ਵਿੱਚ ਦੂਜੇ ਕੈਨੇਡੀਅਨ ਦਾ ਨਾਮ 29 ਸਾਲਾ ਡਿਲੀਅਸਾ ਲੇਯੋਂਗ ਦਰਜ ਕੀਤਾ ਗਿਆ ਹੈ। ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ਾਈਨਬਾਮ ਨੇ ਇਸ ਘਟਨਾ ਦੀ ਪੂਰੀ ਜਾਂਚ ਦਾ ਭਰੋਸਾ ਦਿੱਤਾ ਹੈ। ਅਧਿਕਾਰੀਆਂ ਮੁਤਾਬਿਕ ਇਹ ਹਮਲਾ ਪਹਿਲਾਂ ਤੋਂ ਸੋਚਿਆ ਸਮਝਿਆ ਸੀ। ਅਧਿਕਾਰੀਆਂ ਨੇ ਹਮਲਾਵਰ ਦੀ ਪਹਿਚਾਣ 27 ਸਾਲਾ ਜੂਲੀਓ ਸੈਸਾਰ ਵਜੋਂ ਕੀਤੀ ਹੈ, ਜੋ ਮੈਕਸੀਕੋ ਦੇ ਸੂਬੇ ਦਾ ਰਹਿਣ ਵਾਲਾ ਸੀ। ਉਸਨੇ ਗੋਲੀਬਾਰੀ ਤੋਂ ਪਹਿਲਾਂ ਪਿਰਾਮਿਡ ਇਲਾਕੇ ਦੀ ਧਿਆਨ ਨਾਲ ਰੇਕੀ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਕੋਲੋਂ ਮਿਲੀ ਸਮੱਗਰੀ 1999 ਦੀ ਅਮਰੀਕਾ ਵਿੱਚ ਹੋਈ ਕੋਲੰਬਾਈਨ ਹਾਈ ਸਕੂਲ ਸ਼ੂਟਿੰਗ ਨਾਲ ਸੰਬੰਧਿਤ ਸੀ। ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਦੱਸਿਆ ਕਿ ਕੈਨੇਡਾ ਦੇ ਕੌਂਸਲਰ ਅਧਿਕਾਰੀ ਮੈਕਸੀਕੋ ਵਿੱਚ ਮੌਜੂਦਾ ਕੈਨੇਡੀਅਨਸ ਦੀ ਮਦਦ ਕਰ ਰਹੇ ਹਨ ਅਤੇ ਸਾਰੇ ਪੀੜਤਾਂ ਨਾਲ ਸੰਪਰਕ ਵਿੱਚ ਹਨ। ਜਾਪਾਨ ਨੇ ਆਪਣੀ ਪੁਰਾਣੀ ਪਾਬੰਦੀ ਹਟਾਉਂਦੇ ਹੋਏ ਹੁਣ ਘਾਤਕ ਹਥਿਆਰਾਂ ਦੀ ਐਕਸਪੋਰਟ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਫੈਸਲਾ ਪ੍ਰਧਾਨ ਮੰਤਰੀ ਸਨਾਏ ਤਕਾਇਚੀ ਦੀ ਕੈਬਨਿਟ ਵੱਲੋਂ ਮੰਗਲਵਾਰ ਨੂੰ ਮਨਜ਼ੂਰ ਕੀਤਾ ਗਿਆ। ਨਵੀਂ ਨੀਤੀ ਅਨੁਸਾਰ ਹੁਣ ਜਾਪਾਨ ਲੜਾਕੂ ਜਹਾਜ਼, ਮਿਸਾਈਲਾਂ, ਜੰਗੀ ਜਹਾਜ਼ ਅਤੇ ਡਰੋਨ ਵਰਗੇ ਹਥਿਆਰ ਹੋਰ ਦੇਸ਼ਾਂ ਨੂੰ ਵੇਚ ਸਕੇਗਾ। ਇਹ ਪਹਿਲਾਂ ਵਾਲੀ ਨੀਤੀ ਤੋਂ ਬਿਲਕੁਲ ਵੱਖਰਾ ਕਦਮ ਹੈ, ਕਿਉਂਕਿ ਜਾਪਾਨ ਸਾਲਾਂ ਤੋਂ ਸਿਰਫ ਗੈਰ ਘਾਤਕ ਸਾਜ਼ੋ ਸਮਾਨ ਜਿਵੇਂ ਰੈਸਕਿਊ ਉਪਕਰਨ, ਨਿਗਰਾਨੀ ਸਿਸਟਮ ਜਾਂ ਫਿਰ ਸੁਰੱਖਿਆ ਸਮੱਗਰੀ ਹੀ ਐਕਸਪੋਰਟ ਕਰਦਾ ਸੀ। ਜਾਪਾਨ ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਖੇਤਰ ਵਿੱਚ ਬਦਲ ਰਹੇ ਸੁਰੱਖਿਆ ਹਾਲਾਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ, ਖਾਸ ਕਰਕੇ ਚਾਈਨਾ, ਨਾਰਥ ਕੋਰੀਆ ਤੇ ਰਸ਼ੀਆ ਵੱਲੋਂ ਵੱਧ ਰਹੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਪਾਨ ਆਪਣੀ ਸੁਰੱਖਿਆ ਸਮਰੱਥਾ ਤੇ ਉਦਯੋਗ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ। ਫਿਲਹਾਲ ਜਾਪਾਨ ਸਿਰਫ ਉਹਨਾਂ 17 ਦੇਸ਼ਾਂ ਨੂੰ ਹੀ ਹਥਿਆਰ ਵੇਚੇਗਾ ਜਿਨ੍ਹਾਂ ਨਾਲ ਉਸ ਦੀ ਰੱਖਿਆ ਸਾਜ਼ੋ ਸਮਾਨ ਅਤੇ ਤਕਨੀਕੀ ਸਾਂਝ ਦੇ ਸਮਝੌਤੇ ਹਨ। ਹਰ ਸੌਦੇ ਲਈ ਨੈਸ਼ਨਲ ਸਿਕਿਉਰਿਟੀ ਕੌਂਸਲ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ। ਬਾਅਦ ਵਿੱਚ ਹੀ ਹਥਿਆਰਾਂ ਦੀ ਵਰਤੋਂ ਤੇ ਨਿਗਰਾਨੀ ਰੱਖੀ ਜਾਵੇਗੀ। ਜਾਪਾਨ ਨੇ ਵੀ ਕਿਹਾ ਹੈ ਕਿ ਉਹ ਜੰਗ ਕਰ ਰਹੇ ਦੇਸ਼ਾਂ ਨੂੰ ਹਥਿਆਰ ਨਹੀਂ ਦੇਵੇਗਾ, ਪਰ ਕੁਝ ਖਾਸ ਹਾਲਾਤਾਂ ਵਿੱਚ ਛੋਟ ਦਿੱਤੀ ਜਾ ਸਕਦੀ ਹੈ। ਅਮਰੀਕਾ ਦੀ ਫੌਜ ਨੇ ਅਗਲੇ ਬਜਟ ਸਾਲ ਲਈ ਵੱਡੇ ਪੱਧਰ ਤੇ ਰੱਖਿਆ ਖਰਚ ਵਧਾਉਣ ਦੀ ਯੋਜਨਾ ਬਣਾਈ ਹੈ, ਜਿਸ ਵਿੱਚ ਡਰੋਨਸ, 에ਅਰ ਡਿਫੈਂਸ ਸਿਸਟਮ ਅਤੇ ਫਾਈਟਰਸ ਜੈਟ ਤੇ ਬਿਲੀਅਨਸ ਡਾਲਰ ਖਰਚਣ ਦੀ ਯੋਜਨਾ ਹੈ। ਇਹ ਸਾਰੇ ਹਥਿਆਰ ਈਰਾਨ ਨਾਲ ਚੱਲ ਰਹੀ ਜੰਗ ਵਿੱਚ ਬਹੁਤ ਵੱਡੇ ਪੱਧਰ ਤੇ ਵਰਤੇ ਗਏ ਹਨ। ਇਹ ਪ੍ਰਪੋਜ਼ਲ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੀ ਉਸ ਯੋਜਨਾ ਦਾ ਹਿੱਸਾ ਹੈ ਜਿਸ ਵਿੱਚ ਡਿਫੈਂਸ ਸਪੈਂਡਿੰਗ ਨੂੰ ਲਗਭਗ $1.5 ਟ੍ਰਿਲੀਅਨ ਤੱਕ ਵਧਾਉਣ ਦੀ ਗੱਲ ਕੀਤੀ ਗਈ ਹੈ। ਪੈਂਟਾਗਨ ਚਾਹੁੰਦਾ ਹੈ ਕਿ ਡਰੋਨਸ ਅਤੇ ਟੈਕਨੋਲੋਜੀ ਤੇ ਖਰਚ ਨੂੰ 3 ਗੁਣਾ ਕਰਕੇ $74 ਬਿਲੀਅਨ ਤੋਂ ਵੀ ਵੱਧ ਕੀਤਾ ਜਾਵੇ। ਇਸ ਦੇ ਨਾਲ ਹੀ $30 ਬਿਲੀਅਨ ਤੋਂ ਵੱਧ ਰਕਮ ਮਿਸਾਈਲਾਂ ਅਤੇ ਹੋਰ ਹਥਿਆਰਾਂ ਤੇ ਲਗਾਈ ਜਾਵੇਗੀ। ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਬਜਟ ਪਲਾਨ ਜੰਗ ਤੋਂ ਪਹਿਲਾਂ ਹੀ ਬਣਾਇਆ ਗਿਆ ਸੀ, ਪਰ ਮਿਡਲ ਈਸਟ ਜੰਗ ਨੇ ਇਸ ਦੀ ਲੋੜ ਹੋਰ ਵਧਾ ਦਿੱਤੀ ਹੈ। ਖਾਸ ਧਿਆਨ 에ਅਰ ਡਿਫੈਂਸ ਸਿਸਟਮ ਤੇ ਦਿੱਤਾ ਜਾ ਰਿਹਾ ਹੈ। ਇਹ ਸਿਸਟਮ ਨਾ ਸਿਰਫ ਬਲਿਸਟਿਕ ਮਿਸਾਈਲਸ ਨੂੰ ਰੋਕਦੇ ਹਨ, ਸਗੋਂ ਡਰੋਨਸ ਨੂੰ ਵੀ ਨਸ਼ਟ ਕਰਨ ਲਈ ਵਰਤੇ ਗਏ ਹਨ। ਕੁੱਲ ਮਿਲਾ ਕੇ ਲਗਭਗ $54 ਬਿਲੀਅਨ ਡਰੋਨਸ ਅਤੇ ਸੰਬੰਧਿਤ ਟੈਕਨੋਲੋਜੀ ਲਈ ਰੱਖੇ ਗਏ ਹਨ, ਜਦਕਿ $21 ਬਿਲੀਅਨ ਕਾਊਂਟਰ ਡਰੋਨ ਵੈਪਨਸ ਲਈ ਦਿੱਤੇ ਜਾਣਗੇ। ਇਸ ਤੋਂ ਇਲਾਵਾ US ਮਿਲਟਰੀ 44,500 ਹੋਰ ਟਰੂਪਸ ਵਧਾਉਣ ਦੀ ਯੋਜਨਾ ਰੱਖਦੀ ਹੈ ਤੇ ਮੈਕਸੀਕੋ ਬਾਰਡਰ ਆਪਰੇਸ਼ਨ ਲਈ ਵੀ $2 ਬਿਲੀਅਨ ਤੋਂ ਵੱਧ ਖਰਚ ਕੀਤਾ ਜਾਵੇਗਾ। ਨੇਵੀ ਵੀ ਵੱਡਾ ਐਕਸਪੈਂਸ਼ਨ ਕਰ ਰਹੀ ਹੈ, ਜਿਸ ਵਿੱਚ $65 ਬਿਲੀਅਨ ਤੋਂ ਵੱਧ ਨਾਲ 18 ਵਾਰਸ਼ਿਪਸ ਖਰੀਦਣ ਦੀ ਯੋਜਨਾ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟੀਵੀ ਸੀਰੀਜ਼ ਲਾਰੈਂਸ ਆਫ ਪੰਜਾਬ ਜੋ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਆਧਾਰਿਤ ਦੱਸੀ ਜਾ ਰਹੀ ਹੈ ਉਸ ਦਾ ਕੜਾ ਵਿਰੋਧ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਸ਼ੋਅ ਨੌਜਵਾਨਾਂ ਦੀ ਸੋਚ ਤੇ ਗਲਤ ਅਸਰ ਪਾ ਸਕਦੇ ਹਨ। ਉਹ ਮੰਨਦੇ ਹਨ ਕਿ ਗੈਂਗਸਟਰਾਂ ਨੂੰ ਦਿਖਾਉਣ ਨਾਲ ਅਪਰਾਧ ਦੀ ਨਿੰਦਾ ਹੋਣ ਦੀ ਬਜਾਏ ਉਸ ਦੀ ਵਡਿਆਈ ਹੋ ਸਕਦੀ ਹੈ। ਵੜਿੰਗ ਨੇ ਇਸ ਸ਼ੋਅ ਦੇ ਨਾਮ ਤੇ ਵੀ ਇਤਰਾਜ਼ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਪੰਜਾਬ ਦੀ ਚੰਗੀ ਪਹਿਚਾਣ ਜੋ ਆਮ ਤੌਰ ਤੇ ਸੱਭਿਆਚਾਰ ਨਾਲ ਜੁੜੀ ਹੈ ਉਸ ਨੂੰ ਹਿੰਸਾ ਅਤੇ ਅਪਰਾਧ ਨਾਲ ਜੋੜਿਆ ਜਾ ਰਿਹਾ ਹੈ। ਉਹਨਾਂ ਨੇ ਲਾਰੈਂਸ ਬਿਸ਼ਨੋਈ ਦੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਦਾ ਵੀ ਜ਼ਿਕਰ ਕੀਤਾ ਹੈ ਜਿਸ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਵੀ ਸ਼ਾਮਲ ਹੈ। ਉਹਨਾਂ ਨੇ ਸਾਫ਼ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਮਨੋਰੰਜਨ ਦਾ ਵਿਸ਼ਾ ਨਹੀਂ ਬਣਾਉਣਾ ਚਾਹੀਦਾ। ਰਾਜਾ ਵੜਿੰਗ ਨੇ ਇਸ ਸੀਰੀਜ਼ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਜੇ ਲੋੜ ਪਈ ਤਾਂ ਉਹ ਇਸ ਮਾਮਲੇ 'ਚ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਵੀ ਦਾਇਰ ਕਰਨਗੇ। ਉਹਨਾਂ ਨੇ ਇਹ ਵੀ ਸਵਾਲ ਉਠਾਇਆ ਕਿ ਲਾਰੈਂਸ ਬਿਸ਼ਨੋਈ ਪੰਜਾਬ ਨਾਲ ਜੁੜਿਆ ਨਹੀਂ ਹੈ ਕਿਉਂਕਿ ਉਹ ਮੂਲ ਰੂਪ ਵਿੱਚ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹੈ। ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਵੀ ਇਸ ਸੀਰੀਜ਼ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਕਿ ਇਹ ਸਿਰਫ ਮਨੋਰੰਜਨ ਨਹੀਂ ਸਗੋਂ ਨੌਜਵਾਨਾਂ ਨੂੰ ਗਲਤ ਰਸਤੇ ਤੇ ਲੈ ਜਾਣ ਵਾਲੀ ਗੰਭੀਰ ਗੱਲ ਹੈ। ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ YouTube ਦੇ ਕੁਝ ਨਕਲੀ ਚੈਨਲਸ ਦਾ ਇੱਕ ਨੈਟਵਰਕ ਅਲਬਰਟਾ ਨਾਲ ਜੁੜੀਆਂ ਵੱਖਵਾਦੀ ਗੱਲਾਂ ਅਤੇ ਅਮਰੀਕਾ ਨਾਲ ਜੁੜਨ ਵਰਗੀਆਂ ਗਲਤ ਜਾਣਕਾਰੀਆਂ ਫੈਲਾ ਰਿਹਾ ਹੈ। ਰਿਪੋਰਟ ਮੁਤਾਬਿਕ ਲਗਭਗ 20 ਚੈਨਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਇਹ ਆਪਣੇ ਆਪ ਨੂੰ ਅਲਬਰਟਾ ਦੇ ਲੋਕਾਂ ਦੀ ਆਵਾਜ਼ ਵਜੋਂ ਦਿਖਾਉਂਦੇ ਹਨ। ਇਹਨਾਂ ਵੀਡੀਓਜ਼ ਨੂੰ ਹੁਣ ਤੱਕ ਕਰੀਬ 4 ਕਰੋੜ ਵਾਰ ਦੇਖਿਆ ਗਿਆ ਹੈ। ਲੀਡ ਆਥਰ ਕ੍ਰਿਸ ਰੌਂਸ ਦਾ ਕਹਿਣਾ ਹੈ ਕਿ ਇਹ ਚੈਨਲ ਅਸਲੀ ਨਹੀਂ ਹਨ ਸਗੋਂ ਇਹ ਇੱਕ ਯੋਜਨਾ ਤਹਿਤ ਚਲਾਏ ਜਾ ਰਹੇ ਹਨ। ਇਹਨਾਂ ਦੇ ਵੀਡੀਓਜ਼ ਵਿੱਚ ਇੱਕੋ ਜਿਹੇ ਸਕ੍ਰਿਪਟ, ਇੱਕੋ ਕਲਿੱਪ ਅਤੇ ਮਿਲਦੇ ਜੁਲਦੇ ਟਾਈਟਲ ਵਰਤੇ ਜਾਂਦੇ ਹਨ। ਕਈ ਵੀਡੀਓਜ਼ ਵਿੱਚ AI ਆਵਾਜ਼ਾਂ ਵਰਤੀਆਂ ਜਾ ਰਹੀਆਂ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਵੀਡੀਓਜ਼ ਅਸਲੀ ਖਬਰਾਂ ਨੂੰ ਲੈ ਕੇ ਉਹਨਾਂ ਨੂੰ ਤੋੜ ਮੜੋੜ ਕੇ ਪੇਸ਼ ਕਰਦੇ ਹਨ। ਕੁਝ ਵੀਡੀਓਜ਼ ਵਿੱਚ ਗਲਤ ਅੰਕੜੇ ਵੀ ਦਿੱਤੇ ਗਏ ਹਨ ਜਿਨ੍ਹਾਂ ਦਾ ਕੋਈ ਅਧਿਕਾਰਿਕ ਸਰੋਤ ਨਹੀਂ ਹੈ। ਇਹ ਵੀਡੀਓਜ਼ ਅਲਬਰਟਾ ਦੀ ਅਸਲੀ ਰਾਜਨੀਤਿਕ ਸੋਚ ਨਾਲੋਂ ਕਾਫੀ ਜ਼ਿਆਦਾ ਗਲਤ ਵਿਚਾਰ ਪੇਸ਼ ਕਰਦੇ ਹਨ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਈ ਵਾਰ ਇਹ ਵੀਡੀਓਜ਼ ਬਣਾਉਣ ਵਾਲੇ ਲੋਕ ਅਸਲੀ ਜਾਣਕਾਰੀ ਨਹੀਂ ਜਾਣਦੇ ਜਿਸ ਕਰਕੇ ਉਹ ਸ਼ਹਿਰਾਂ ਅਤੇ ਪ੍ਰੋਜੈਕਟਾਂ ਦੇ ਨਾਮ ਵੀ ਗਲਤ ਬੋਲਦੇ ਹਨ। YouTube ਨੇ ਵੀ ਕਿਹਾ ਹੈ ਕਿ ਉਹ ਇਹਨਾਂ ਚੈਨਲਾਂ ਦੀ ਜਾਂਚ ਕਰ ਰਹੇ ਹਨ ਅਤੇ ਜੇ ਨਿਯਮਾਂ ਦੀ ਉਲੰਘਣਾ ਹੋਈ ਤਾਂ ਕਾਰਵਾਈ ਕੀਤੀ ਜਾਵੇਗੀ। ਬਰੈਂਪਟਨ ਵਿੱਚ ਇੱਕੋ ਹੀ ਰਾਤ 2 ਘਰਾਂ ਤੇ ਗੋਲੀਆਂ ਅਤੇ 4 ਟੋ ਟਰੱਕਸ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਿਕ ਮੰਗਲਵਾਰ ਸਵੇਰੇ ਕਰੀਬ 3:30 ਵਜੇ ਪੀਟਰ ਰੌਬਰਟਸਨ ਬੁਲੇਵਾਰਡ ਅਤੇ ਹਿਕਰੀ ਬਸ਼ ਐਵਨਿਊ ਇਲਾਕੇ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਜਾਂਚ ਦੌਰਾਨ ਕਰਾਊਨਸ ਨੈਸਟ ਕ੍ਰੈਸੈਂਟ ਤੇ 2 ਘਰਾਂ ਦੀਆਂ ਬਾਹਰੀ ਕੰਧਾਂ ਤੇ ਗੈਰਾਜ ਤੇ ਗੋਲੀਆਂ ਦੇ ਨਿਸ਼ਾਨ ਮਿਲੇ। ਇੱਕ ਔਰਤ ਨੇ ਦੱਸਿਆ ਕਿ ਉਸਨੇ ਲਗਭਗ 6 ਗੋਲੀਆਂ ਦੀ ਆਵਾਜ਼ ਸੁਣੀ ਜਿਸ ਨਾਲ ਉਹ ਜਾਗ ਗਈ। ਜਦੋਂ ਉਸਨੇ ਖਿੜਕੀ ਤੋਂ ਦੇਖਿਆ ਤਾਂ ਕੁਝ ਲੋਕ ਗੱਡੀ ਵਿੱਚ ਬੈਠ ਕੇ ਭੱਜਦੇ ਨਜ਼ਰ ਆਏ ਅਤੇ ਕੁਝ ਸਮੇਂ ਬਾਅਦ ਹੀ ਫਿਰ ਗੋਲੀਆਂ ਚੱਲਣ ਦੀ ਆਵਾਜ਼ ਆਈ। ਦੂਜੇ ਘਰ ਦੇ ਗੈਰਾਜ ਦੇ ਦਰਵਾਜ਼ੇ ਤੇ ਲਗਭਗ 5 ਗੋਲੀਆਂ ਲੱਗੀਆਂ ਤੇ ਇੱਕ ਗੱਡੀ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਟਾਰਗੇਟ ਲੱਗਦੀ ਹੈ। ਹਮਲਾਵਰ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਅਤੇ ਉਹਨਾਂ ਦੀ ਕੋਈ ਪਹਿਚਾਣ ਹਾਲੇ ਨਹੀਂ ਹੋ ਸਕੀ। ਇਸ ਤੋਂ ਇਲਾਵਾ ਬਰੈਂਪਟਨ ਵਿੱਚ ਰਾਤ ਦੇ ਸਮੇਂ 3 ਵੱਖ-ਵੱਖ ਥਾਵਾਂ ਤੇ 4 ਟੋ ਟਰੱਕਸ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪਹਿਲੀ ਘਟਨਾ ਕਰੀਬ 1:10 ਤੇ ਰਾਤ ਨੂੰ ਈਗਲ ਪਲੇਨਸ ਡਰਾਈਵ ਅਤੇ 에ਅਰਪੋਰਟ ਇਲਾਕੇ ਵਿੱਚ ਹੋਈ। ਲਗਭਗ 20 ਮਿੰਟ ਬਾਅਦ 1:30 ਵਜੇ ਡਵੈਲਰਸ ਰੋਡ ਨੇੜੇ ਦੂਜੇ ਟੋ ਟਰੱਕ ਨੂੰ ਅੱਗ ਲੱਗੀ। ਕੁਝ ਮਿੰਟਾਂ ਬਾਅਦ 1:37 ਤੇ ਬੋਵਾਰਡ ਡਰਾਈਵ ਇਲਾਕੇ ਵਿੱਚ ਤੀਜੇ ਟੋ ਟਰੱਕ ਨੂੰ ਵੀ ਅੱਗ ਲੱਗਣ ਦੀ ਸੂਚਨਾ ਮਿਲੀ। ਇਹ ਸਾਰੇ ਮਾਮਲੇ ਹਾਲੇ ਜਾਂਚ ਅਧੀਨ ਹਨ ਅਤੇ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਕੀ ਇਹਨਾਂ ਘਟਨਾਵਾਂ ਵਿੱਚ ਕੋਈ ਸੰਬੰਧ ਹੈ ਜਾਂ ਫਿਰ ਨਹੀਂ। ਯੂਕੇ ਦੀ ਪਾਰਲੀਮੈਂਟ ਨੇ ਇੱਕ ਨਵਾਂ ਬਿੱਲ ਪਾਸ ਕਰ ਦਿੱਤਾ ਹੈ ਜਿਸ ਦਾ ਮਕਸਦ ਨੌਜਵਾਨਾਂ ਨੂੰ ਸਿਗਰਟ ਪੀਣ ਤੋਂ ਰੋਕਣਾ ਹੈ। ਇਸ ਤੰਬਾਕੂ ਐਂਡ ਵੇਪਸ ਬਿੱਲ ਮੁਤਾਬਿਕ 1 ਜਨਵਰੀ 2009 ਤੋਂ ਬਾਅਦ ਜਨਮੇ ਲੋਕ ਆਪਣੀ ਜ਼ਿੰਦਗੀ ਭਰ ਸਿਗਰਟ ਨਹੀਂ ਖਰੀਦ ਸਕਣਗੇ। ਸਿਹਤ ਮੰਤਰੀ ਵੈਸ ਸਟ੍ਰੀਟਿੰਗ ਨੇ ਇਸ ਨੂੰ ਦੇਸ਼ ਦੀ ਸਿਹਤ ਲਈ ਇੱਕ ਇਤਿਹਾਸਕ ਫੈਸਲਾ ਦੱਸਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਸਿਗਰਟ ਤੋਂ ਮੁਕਤ ਪੀੜ੍ਹੀ ਬਣ ਸਕੇਗੀ ਜੋ ਲੱਤ ਤੇ ਬਿਮਾਰੀਆਂ ਤੋਂ ਬਚੀ ਰਹੇਗੀ। ਜਦੋਂ ਇਹ ਕਾਨੂੰਨ ਬਣ ਜਾਵੇਗਾ ਤਾਂ ਸਰਕਾਰ ਨੂੰ ਇਹ ਹੱਕ ਵੀ ਮਿਲ ਜਾਵੇਗਾ ਕਿ ਉਹ ਸਕੂਲਾਂ, ਹਸਪਤਾਲਾਂ ਅਤੇ ਖੇਡ ਮੈਦਾਨਾਂ ਵਰਗੀਆਂ ਥਾਵਾਂ ਤੇ ਬਾਹਰ ਵੀ ਸਿਗਰਟ ਪੀਣ ਤੇ ਪਾਬੰਦੀ ਲਾ ਸਕਣਗੇ। ਇਸ ਬਿੱਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵੇਪਸ ਦੇ ਫਲੇਵਰ ਅਤੇ ਪੈਕੇਜਿੰਗ ਤੇ ਸਖਤ ਨਿਯਮ ਲਗਾਏ ਜਾਣਗੇ ਤੇ ਉਹਨਾਂ ਥਾਵਾਂ ਤੇ ਵੀ ਵੇਪਿੰਗ ਰੋਕੀ ਜਾ ਸਕਦੀ ਹੈ ਜਿੱਥੇ ਸਿਗਰਟ ਪਹਿਲਾਂ ਹੀ ਮਨਾਹੀ ਹੈ। ਸਰਕਾਰ ਦਾ ਮਕਸਦ ਹੈ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾਵੇ ਅਤੇ ਯੂਕੇ ਦੀ ਸਿਹਤ ਸੇਵਾ NHS ਦੇ ਲੰਮੇ ਸਮੇਂ ਤੇ ਬੋਝ ਘਟਾਇਆ ਜਾਵੇ। ਕਈ ਸਿਹਤ ਸੰਸਥਾਵਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਜਨਤਕ ਸਿਹਤ ਲਈ ਵੱਡਾ ਕਦਮ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਵੀ ਇਸ ਤਰ੍ਹਾਂ ਦਾ ਕਾਨੂੰਨ ਲਿਆਂਦਾ ਸੀ ਪਰ ਬਾਅਦ ਵਿੱਚ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ। ਮਾਲਦੀਵ ਨੇ ਵੀ ਹਾਲ ਵਿੱਚ ਹੀ ਨਵੀਂ ਪੀੜ੍ਹੀ ਲਈ ਸਿਗਰਟ ਬੈਨ ਕੀਤਾ ਹੈ। NHS ਮੁਤਾਬਿਕ ਇੰਗਲੈਂਡ ਵਿੱਚ ਹਰ ਸਾਲ ਲਗਭਗ 75,000 ਮੌਤਾਂ ਸਿਗਰਟ ਨਾਲ ਜੁੜੀਆਂ ਬਿਮਾਰੀਆਂ ਕਾਰਨ ਹੁੰਦੀਆਂ ਹਨ।
ਅਮਰੀਕਾ ਵਿੱਚ ਨਿਊਕਲੀਅਰ ਅਤੇ ਐਰੋਸਪੇਸ ਖੇਤਰ ਨਾਲ ਜੁੜੇ ਕੁਝ ਵਿਗਿਆਨੀਆਂ ਦੀਆਂ ਮੌਤਾਂ ਅਤੇ ਗੁੰਮਸ਼ੁਦਾ ਦੇ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਰਿਪੋਰਟ ਮੁਤਾਬਿਕ ਪਿਛਲੇ ਕੁਝ ਸਾਲਾਂ ਵਿੱਚ ਘੱਟੋ-ਘੱਟ 10 ਲੋਕ ਜੋ ਸੰਵੇਦਨਸ਼ੀਲ ਰਿਸਰਚ ਨਾਲ ਜੁੜੇ ਸਨ ਜਾਂ ਤਾਂ ਮਰ ਚੁੱਕੇ ਹਨ ਜਾਂ ਫਿਰ ਲਾਪਤਾ ਹੋ ਗਏ ਹਨ। ਇਹਨਾਂ ਵਿੱਚ ਨਾਸਾ, ਫੌਜ ਅਤੇ ਹੋਰ ਮਹੱਤਵਪੂਰਨ ਰਿਸਰਚ ਸੰਸਥਾਵਾਂ ਨਾਲ ਜੁੜੇ ਵਿਗਿਆਨੀ ਸ਼ਾਮਲ ਹਨ। ਕੁਝ ਮਾਮਲਿਆਂ ਵਿੱਚ ਹੱਤਿਆ ਹੋਈ ਹੈ, ਕੁਝ ਵਿੱਚ ਲੋਕ ਅਚਾਨਕ ਗਾਇਬ ਹੋ ਗਏ ਹਨ ਅਤੇ ਕੁਝ ਮਾਮਲਿਆਂ ਵਿੱਚ ਕੁਦਰਤੀ ਕਾਰਨਾਂ ਜਾਂ ਨਿੱਜੀ ਸਮੱਸਿਆਵਾਂ ਦੀ ਗੱਲ ਕੀਤੀ ਜਾ ਰਹੀ ਹੈ। ਹਾਲੇ ਤੱਕ ਇਹਨਾਂ ਸਾਰੇ ਮਾਮਲਿਆਂ ਵਿੱਚ ਕੋਈ ਸਿੱਧਾ ਸੰਬੰਧ ਸਾਬਤ ਨਹੀਂ ਹੋਇਆ। ਅਮਰੀਕਾ ਦੀ ਹਾਊਸ ਓਵਰਸਾਈਟ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਮੇਟੀ ਦਾ ਕਹਿਣਾ ਹੈ ਕਿ ਇਹ ਸਿਰਫ ਆਮ ਘਟਨਾਵਾਂ ਨਹੀਂ ਲੱਗਦੀਆਂ, ਇਸ ਲਈ ਸਾਰੇ ਮਾਮਲਿਆਂ ਨੂੰ ਧਿਆਨ ਨਾਲ ਵੇਖਿਆ ਜਾ ਰਿਹਾ ਹੈ। FBI, ਡਿਫੈਂਸ ਡਿਪਾਰਟਮੈਂਟ, એનર્ਜੀ ਡਿਪਾਰਟਮੈਂਟ ਅਤੇ ਨਾਸਾ ਤੋਂ ਵੀ ਜਾਣਕਾਰੀ ਮੰਗੀ ਗਈ ਹੈ। ਨਾਸਾ ਨੇ ਕਿਹਾ ਹੈ ਕਿ ਉਹ ਹੋਰ ਏਜੰਸੀਆਂ ਨਾਲ ਮਿਲ ਕੇ ਜਾਂਚ ਵਿੱਚ ਸਹਿਯੋਗ ਕਰ ਰਹੇ ਹਨ ਅਤੇ ਹਾਲੇ ਤੱਕ ਕੋਈ ਰਾਸ਼ਟਰੀ ਸੁਰੱਖਿਆ ਖਤਰਾ ਨਹੀਂ ਮਿਲਿਆ। ਕੁਝ ਰਿਪੋਰਟਾਂ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਮਾਮਲੇ ਸਿਰਫ ਇਤਫਾਕ ਵੀ ਹੋ ਸਕਦੇ ਹਨ ਕਿਉਂਕਿ ਹਰ ਕੇਸ ਦੀ ਸਥਿਤੀ ਵੱਖ-ਵੱਖ ਹੈ। ਕੁਝ ਰਾਜਨੀਤਿਕ ਨੇਤਾ ਤੇ ਅਧਿਕਾਰੀ ਕਹਿ ਰਹੇ ਹਨ ਕਿ ਇਸ ਮਾਮਲੇ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਤੇ ਪੂਰੀ ਜਾਂਚ ਹੋਣੀ ਚਾਹੀਦੀ ਹੈ। ਅਮਰੀਕੀ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਹੁਣ ਇਹ ਪਤਾ ਲਗਾ ਰਹੀਆਂ ਹਨ ਕਿ ਕੀ ਇਹ ਘਟਨਾਵਾਂ ਆਪਸ ਵਿੱਚ ਜੁੜੀਆਂ ਹਨ ਜਾਂ ਫਿਰ ਨਹੀਂ। ਸੰਯੁਕਤ ਰਾਸ਼ਟਰ ਦੀ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ FAO ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਵਿੱਚ ਚੱਲ ਰਿਹਾ ਜੰਗ ਲੰਬਾ ਚੱਲਦਾ ਹੈ ਅਤੇ ਸਟ੍ਰੇਟ ਆਫ ਹਾਰਮਜ਼ ਰਾਹੀਂ ਜਹਾਜ਼ਾਂ ਦੀ ਆਵਾਜਾਈ ਬੰਦ ਹੋ ਜਾਂਦੀ ਹੈ ਤਾਂ ਦੁਨੀਆ ਭਰ ਵਿੱਚ ਫੂਡ ਕ੍ਰਾਈਸਿਸ ਪੈਦਾ ਹੋ ਸਕਦਾ ਹੈ। FAO ਦੇ ਮੇਨ ਇਕਨੋਮਿਸਟ ਨੇ ਕਿਹਾ ਹੈ ਕਿ ਜੇਕਰ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਖਾਦ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਸਕਦੀਆਂ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇ ਜੰਗ ਜਾਰੀ ਰਹੀ ਤਾਂ ਇਹ ਹਾਲਾਤ COVID-19 ਵਰਗੇ ਸੰਕਟ ਵਿੱਚ ਬਦਲ ਸਕਦੇ ਹਨ। ਇਸ ਨੂੰ FAO ਨੂੰ ਇਨਪੁਟ ਕ੍ਰਾਈਸਿਸ ਕਿਹਾ ਹੈ, ਜਿਸ ਦਾ ਮਤਲਬ ਹੈ ਕਿ ਖੇਤੀ ਨਾਲ ਲੋੜੀਂਦੀਆਂ ਚੀਜ਼ਾਂ ਦੀ ਕਮੀ ਹੋ ਰਹੀ ਹੈ। ਇਸ ਵਿੱਚ ਸਭ ਤੋਂ ਵੱਡੀ ਸਮੱਸਿਆ ਫਰਟੀਲਾਈਜ਼ਰ ਦੀ ਹੈ। ਕਈ ਦੇਸ਼ਾਂ ਵਿੱਚ ਖੇਤੀ ਲਈ ਲੋੜੀਂਦਾ ਫਰਟੀਲਾਈਜ਼ਰ ਗਲਫ ਖੇਤਰ ਰਾਹੀਂ ਆਉਂਦਾ ਹੈ, ਪਰ ਜੇ ਇਹ ਰਸਤਾ ਬੰਦ ਹੋ ਗਿਆ ਤਾਂ ਸਪਲਾਈ ਬਹੁਤ ਘੱਟ ਹੋ ਜਾਵੇਗੀ। ਮਾਹਿਰਾਂ ਨੇ ਇਹ ਵੀ ਕਿਹਾ ਹੈ ਕਿ ਜੇ ਦੁਨੀਆ ਭਰ ਵਿੱਚ ਖਾਦ ਮਹਿੰਗੀ ਹੋ ਜਾਂਦੀ ਹੈ ਤਾਂ ਇਸ ਦਾ ਅਸਰ ਕੈਨੇਡਾ ਦੇ ਕਿਸਾਨਾਂ ਤੇ ਵੀ ਪਵੇਗਾ। ਮਾਹਿਰਾਂ ਨੇ ਇਹ ਵੀ ਕਿਹਾ ਹੈ ਕਿ ਦੁਨੀਆ ਭਰ ਵਿੱਚ ਖਾਦ ਮਹਿੰਗੀ ਹੋ ਜਾਂਦੀ ਹੈ ਤਾਂ ਇਸ ਦਾ ਅਸਰ ਕੈਨੇਡਾ ਦੇ ਕਿਸਾਨਾਂ ਤੇ ਵੀ ਪਵੇਗਾ। ਉਧਰ ਕੈਨੇਡਾ ਵਿੱਚ ਪਹਿਲਾਂ ਹੀ ਖਾਣ ਪੀਣ ਦੀਆਂ ਕੀਮਤਾਂ ਵਧ ਰਹੀਆਂ ਹਨ। ਮਾਰਚ ਵਿੱਚ ਕੈਨੇਡਾ ਵਿੱਚ ਖਾਣ ਪੀਣ ਦੀਆਂ ਕੀਮਤਾਂ 4.4% ਵੱਧ ਗਈਆਂ, ਜੋ ਫਰਵਰੀ ਦੇ 4.1% ਨਾਲੋਂ ਜ਼ਿਆਦਾ ਹਨ। ਸਬਜ਼ੀ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਡਾ ਵਾਧਾ ਦੇਖਣ ਨੂੰ ਮਿਲਿਆ। ਤਾਜ਼ੀਆਂ ਸਬਜ਼ੀਆਂ ਦੀ ਕੀਮਤ ਮਾਰਚ ਵਿੱਚ 7.8% ਵਧੀ, ਜਦਕਿ ਫਰਵਰੀ ਵਿੱਚ ਇਹ ਵਾਧਾ ਸਿਰਫ 0.5% ਸੀ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਸਿਮਰਨ ਸਿੱਧੂ ਨੂੰ ਦਿਓ ਇਜਾਜ਼ਤ। ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ BTV ਬ੍ਰਾਡਕਾਸਟਿੰਗ। ਬੀ ਪੋਜ਼ਿਟਿਵ, ਬੀ ਯੋਰਸੈਲਫ।